ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖ ਪਿਆਰਿਓ, ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਸੀ ਸਤਿਗੁਰਾਂ ਦੀ ਬਾਣੀ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਨੂੰ ਵਿਚਾਰ ਰਹੇ ਸੀ। ਕਿ ਉਸ ਮਾਲਕ ਦੀ ਜੋ ਸਾਰੇ ਸੰਸਾਰ ਨੂੰ ਇਹ ਜੀਵਨ ਦੇਣ ਵਾਲਾ ਹੈ, ਉਸ ਦੀ ਸ਼ਰਨ ਦੇ ਵਿੱਚ ਜਾ ਕੇ ਸੰਤ ਜਨਾਂ ਦਾ ਉਹ ਜੀਵਨ ਬਣ ਜਾਂਦਾ ਹੈ, ਕਿਉਂਕਿ ਉਸ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਜੋ ਸਾਡਾ ਮਨ ਹੈ, ਸਾਡਾ ਆਪਣਾ ਰੂਪ ਹੈ ਸਾਰਿਆਂ ਦਾ। ਜਦੋਂ ਅਸੀਂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਹਾਂ, ਉਸ ਨੂੰ ਧਿਆ ਕੇ ਸਾਡਾ ਰੂਪ ਵੀ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਹਰੀ ਦੇ ਸੰਤਾਂ ਦਾ ਜਿਹੜਾ ਰੂਪ ਹੈ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਇਰਾਸ। ਫਿਰ ਉਹ ਹਰੀ ਦਾ ਜਸ ਗਾਉਂਦੇ ਨੇ। ਇਹ ਸੰਤਾਂ ਦਾ ਧਨ ਹੈ। ਨਾਨਕ ਉਬਰੇ ਨਾਮ ਜਪ ਦਰ ਸੱਚੇ ਸਾਬਾਸ। ਉਬਰ ਜਾਂਦੇ ਨੇ ਜਿਹੜੇ ਜੀਵ, ਉਸ ਪ੍ਰਭੂ ਦਾ ਰੂਪ ਹੋ ਜਾਂਦੇ ਨੇ। ਫਿਰ ਉਸ ਪ੍ਰਭੂ ਦੇ ਦਰ ਤੇ, ਸੱਚੇ ਦਰ ਤੇ ਖੜ ਕੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨੇ। ਫਿਰ ਉੱਥੇ ਖੜ ਕੇ ਨਾਮ ਨੂੰ ਜਪਦੇ ਨੇ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਗੌੜੀ ਮਾਝ ਮਹੱਲਾ ਪੰਜਵਾਂ। ਮੀਠੇ ਹਰ ਗੁਣ ਗਾਓ ਜਿੰਦੂ, ਤੂੰ ਮੀਠੇ ਹਰ ਗੁਣ ਗਾਓ। ਸੱਚੇ ਸੇਤੀ ਰਤਿਆਂ ਮਿਲਿਆ ਨਿਥਾਵੇ ਥਾਉ। ਨਿਥਾਵੇ ਨੂੰ ਥਾਂ ਮਿਲਦਾ ਹੈ। ਸੱਚੇ ਦੇ ਨਾਲ ਮਨ ਰਤਿਆ ਜਾਂਦਾ ਹੈ, ਕਿਉਂਕਿ ਜਦ ਤੱਕ ਜੀਵ ਆਪਣੇ ਆਪ ਨੂੰ ਨਿਮਾਣਾ, ਨਿਤਾਣਾ, ਨਿਥਾਵਾ ਨਹੀਂ ਸਮਝਦਾ, ਉਨੀ ਦੇਰ ਨਾ ਤਾਂ ਸਾਨੂੰ ਮਾਲਕ ਦਾ ਮਾਣ ਪ੍ਰਾਪਤ ਹੁੰਦਾ ਹੈ, ਨਾ ਉਸ ਦਾ ਤਾਣ ਮਿਲਦਾ ਹੈ, ਨਾ ਸਾਨੂੰ ਉਸ ਘਰ ਵਿੱਚ ਥਾਂ ਮਿਲਦੀ ਹੈ। ਜਦ ਤੱਕ ਅਸੀਂ ਆਪਣੇ ਆਪ ਨੂੰ ਨਿਰਧਨ ਨਹੀਂ ਸਮਝਦੇ, ਉਨੀ ਦੇਰ ਸਾਨੂੰ ਨਾਮ ਧਨ ਵੀ ਪ੍ਰਾਪਤ ਨਹੀਂ ਹੁੰਦਾ। ਪ੍ਰਭੂ ਉਹਨਾਂ ਨੂੰ ਇਸ ਖਜ਼ਾਨਾ ਦਿੰਦਾ ਹੈ ਜਿਹੜੇ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਸਾਰਾ ਕੁਛ, ਧਨ ਦੌਲਤ ਸੰਸਾਰਕ ਜਿੰਨਾ ਮਰਜ਼ੀ ਹੋਵੇ ਸਾਡੇ ਕੋਲ, ਪਰ ਨਾਮ ਤੋਂ ਬਿਨਾਂ ਅਸੀਂ ਨਿਰਧਨ ਹਾਂ। ਬਿਨ ਨਾਵੈ ਸਭ ਕੋ ਹੈ ਨਿਰਧਨ। ਸੁਖਮਨੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇ ਕੋ ਨਉ ਤੇਰੋ ਥਾਉ, ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਕਟਾ ਕੋ ਦੇਵੋ ਦਾਨ। ਫਿਰ ਨਿਥਾਵੇ ਨੂੰ ਉਸ ਘਰ ਵਿੱਚ ਥਾਂ ਮਿਲਦਾ ਹੈ। ਜਿਵੇਂ ਆਪਾਂ ਸੁਣਦੇ ਹਾਂ ਕਿ ਲੋਕ ਮਿਹਣਾ ਮਾਰਦੇ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਕਿ ਇਹ ਅਮਰੂ ਨਿਥਾਵਾ ਹੈ। ਹੁਣ ਆਪਾਂ ਜਦੋਂ ਤੱਕ ਮਾਲਕ ਤੋਂ ਵਿਛੜੇ ਹਾਂ, ਸਾਡੇ ਮਨ ਦੇ ਵਾਸਤੇ ਵੀ ਉਹ ਥਾਂ ਜਿਹੜਾ ਥਿਰ ਥਾਂ ਹੈ, ਜਿਹੜਾ ਸਾਡਾ
ਨਿਜ ਘਰ ਹੈ, ਨਿਜ ਮਹਿਲ ਹੈ, ਨਿਜ ਥਾਂ ਹੈ, ਉਸ ਤੋਂ ਬਿਨਾਂ ਆਪਾਂ ਨਿਥਾਵੇ ਹਾਂ। ਫਿਰ ਉਹਨਾਂ ਜੀਵਾਂ ਨੂੰ ਜਿਹੜੇ ਦਇਆ ਕਰਦਾ ਹੈ, ਉਹਨਾਂ ਨੂੰ ਫਿਰ ਥਾਂ ਦਿੰਦਾ ਹੈ, ਫਿਰ ਆਪਣੇ ਚ ਰਤ ਲੈਂਦਾ ਹੈ। ਫਿਰ ਸਾਡਾ ਮਨ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ ਮਿੱਠੇ। ਫਿਰ ਆਪਣੇ ਗੁਣ ਆਪ ਗਵਾਉਂਦਾ ਹੈ। ਮਿੱਠੇ ਹਰ ਗੁਣ ਗਾਓ ਜਿੰਦੂ, ਤੂੰ ਮਿੱਠੇ ਹਰ ਗੁਣ ਗਾਓ। ਕਿਉਂਕਿ ਉਸ ਸੱਚੇ ਘਰ ਦੇ ਵਿੱਚ ਸਾਨੂੰ ਥਾਂ ਮਿਲ ਜਾਂਦਾ ਹੈ, ਜਿਨ੍ਹਾਂ ਨੂੰ ਬੁਝਾਉਂਦਾ ਹੈ। ਉਸ ਘਰ ਵਿੱਚ ਬੈਠ ਕੇ ਉਸ ਪ੍ਰਭੂ ਦਾ ਸੋਹਿਲਾ ਗਾਇਆ ਜਾਂਦਾ ਹੈ। ਜਿਵੇਂ ਆਪਾਂ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਪੜ੍ਹਦੇ ਹਾਂ, ਇਹ ਸਾਚਾ ਸੋਹਿਲਾ ਸਾਚੇ ਘਰ ਗਾਵੈ, ਗਾਵੈ ਤਾਂ ਸੋਹਿਲਾ ਘਰ ਸਾਚੈ, ਜਿੱਥੇ ਸਦਾ ਸੱਚ ਧਿਆਵੈ। ਸੱਚੋ ਧਿਆਵੈ ਜਾ ਤੁਧ ਪਾਵੈ, ਗੁਰਮੁਖ ਜਿਨਾ ਬੁਝਾਵੈ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੈ। ਕਹਿ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੈ। ਸੱਚੇ ਘਰ ਦੇ ਵਿੱਚ ਇਹ ਸੋਹਿਲਾ ਗਾਇਆ ਜਾਂਦਾ ਹੈ, ਜਿਨ੍ਹਾਂ ਨੂੰ ਦਇਆ ਕਰਦਾ ਹੈ ਮਾਲਕ। ਬਾਬਾ ਜਿਸ ਤੂ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸ ਨੂੰ। ਹੋਰ ਕਿਆ ਕਰੇ ਵਿਚਾਰਿਆ, ਇੱਕ ਪਰਮ ਭੂਲੇ ਫਿਰੈ ਲੈ ਦਿਸ, ਇੱਕ ਨਾਮ ਲਾਗ ਸਵਾਰੀਆ। ਇੱਕ ਇਹਨਾਂ ਨੂੰ ਪਰਮ ਭੁਲਾ ਕੇ ਰੱਖਦਾ, ਇੱਕ ਇਹਨਾਂ ਨੂੰ ਨਾਮ ਲਾ ਕੇ ਸਵਾਰ ਲੈਂਦਾ ਹੈ। ਹੁਣ ਇੱਥੇ ਜਿਨ੍ਹਾਂ ਤੇ ਦਇਆ ਕਰਦਾ ਹੈ, ਜਿਹੜੇ ਨਿਥਾਵਿਆਂ ਨੂੰ ਥਾਂ ਦਿੰਦਾ ਹੈ, ਆਪਣੇ ਚ ਰਤ ਲੈਂਦਾ ਹੈ, ਫਿਰ ਆਪਣੇ ਗੁਣ ਗਵਾਉਂਦਾ ਹੈ। ਫਿਰ ਉਹ ਜੀਵ ਉਸ ਪ੍ਰਭੂ ਦੇ ਗੁਣ ਗਾਉਂਦੇ ਨੇ। ਇਹ ਰਹੋ ਪੰਕਤੀਆਂ ਨੇ। ਹੋਰ ਸਾਧ ਸਭ ਫਿੱਕਿਆਂ, ਤਨ ਮਨ ਫਿੱਕਾ ਹੋਏ। ਉਸ ਪ੍ਰਭੂ ਦੇ ਗੁਣਾਂ ਤੋਂ ਬਿਨਾਂ ਜਿਹੜੇ ਹੋਰ ਆਪਾਂ ਗਾਉਂਦੇ ਹਾਂ, ਪ੍ਰਭੂ ਦੇ ਨਾਮ, ਪ੍ਰਭੂ ਦੀ ਸਿਫਤ ਸਲਾਹ ਤੋਂ ਬਿਨਾਂ ਸਭ ਕੁਛ ਫਿੱਕਾ ਹੈ। ਇੱਥੇ ਤੱਕ ਸਾਨੂੰ ਦੱਸ ਦਿੱਤਾ ਹੈ ਕਿ ਸਤਿਗੁਰ ਤੋਂ ਬਿਨਾਂ ਜੋ ਬਾਣੀ ਹੈ ਉਹ ਕੱਚੀ ਹੈ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਜਦ ਤੱਕ ਸਤਿਗੁਰ ਸਾਤੋਂ ਆਪਣਾ ਗਿਆਨ ਨਹੀਂ ਕਰਵਾਉਂਦਾ, ਆਪ ਸਾਨੂੰ ਬੁਲਾਉਂਦਾ ਨਹੀਂ ਜਾਂ ਆਪ ਰਸਨਾ ਤੇ ਬੋਲਦਾ ਨਹੀਂ, ਉਦੋਂ ਤੱਕ ਬਾਣੀ ਵੀ ਕੱਚੀ ਹੈ। ਇਸ ਕਰਕੇ ਸਾਨੂੰ ਸਮਝਾਉਂਦੇ ਨੇ, ਬਿਨਾਂ ਨਾਮ ਤੋਂ ਜੋ ਵੀ ਸਲਾਉਂਦੇ, ਬਿਨ ਨਾਵੈ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਧ। ਪ੍ਰਭੂ ਦੇ ਨਾਮ ਤੋਂ ਬਿਨਾਂ ਜੋ ਸਲਾਉਂਦੇ ਹਾਂ, ਫਿੱਕਾ ਬੋਲਣ ਹੈ। ਤੇ ਫਿੱਕਾ ਬੋਲਣ ਨਾਲ ਸਾਰਾ ਕੁਛ ਫਿੱਕਾ ਹੋਏਗਾ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਐ, ਫਿੱਕਾ ਫਿੱਕੀ ਸੋਏ। ਫਿੱਕਾ ਦਰਗਹਿ ਸਟੀਐ, ਮੂੰਹ ਥੁੱਕਾ ਫਿੱਕਾ ਪਾਹੇ। ਫਿੱਕਾ ਮੂਰਖ ਆਖੀਐ, ਪਾਣਾ ਲਹੇ ਸਜਾਏ। ਸਜ਼ਾ ਮਿਲਦੀ ਹੈ। ਇਸ ਕਰਕੇ ਸਮਝਾਉਂਦੇ ਨੇ, ਬਿਨ ਪਰਮੇਸ਼ਰ ਜੋ ਕਰੇ, ਫਿਟ ਸੁਜੀਵਨ ਸੋਏ। ਪਰਮੇਸ਼ਰ, ਜਦੋਂ ਪਰਮੇਸ਼ਰ ਨੂੰ ਮਿਲ ਤੋਂ ਬਿਨਾਂ ਜੇ ਅਸੀਂ ਕੁਛ ਕਰਦੇ ਹਾਂ, ਉਸ ਪ੍ਰਭੂ ਦੇ ਗੁਣ ਗਾਉਂਦੇ ਹਾਂ, ਜਦ ਤੱਕ ਸਾਨੂੰ ਆਪ ਨਹੀਂ ਗਵਾਉਂਦਾ, ਆਪ ਆਪਣੀ ਸਿਫਤ ਸਲਾਹ ਨਹੀਂ ਬਖਸ਼ਦਾ, ਤੇ ਸਾਡਾ ਜੀਵਨ ਜਿਹੜਾ ਹੈ ਉਸਨੂੰ ਫਿਟਿਆ ਜੀਵਨ ਕਹਿ ਦਿੰਦੇ ਹਾਂ, ਫਿੱਕਾ ਜੀਵਨ ਕਹਿ ਦਿੰਦੇ ਹਾਂ, ਜੋ ਵਿਅਰਥ ਹੋ ਜਾਂਦਾ ਹੈ। ਉਸ ਜੀਵਨ ਜਿਹੜਾ ਹੈ ਫਿੱਟ ਹੈ, ਫਿਟਿਆ ਹੈ, ਜਿਸਨੂੰ ਆਪਾਂ ਕਹਿ ਦਿੰਦੇ ਕਿ ਇਹ ਚੀਜ਼ ਵਿਅਰਥ ਹੈ, ਫਿੱਟ ਗਈ ਹੈ।
ਫਿਟਕਾਰ ਭਰਿਆ ਜੀਵਨ ਹੋ ਜਾਂਦਾ ਹੈ। ਅੰਚਲ ਗਹਿ ਕੈ ਸਾਧਕਾ ਤਰਨਾ ਇਹ ਸੰਸਾਰ। ਹੁਣ ਇੱਥੇ ਅੰਚਲ ਆਪਾਂ ਪੱਲਾ ਕਹਿ ਦਿੰਦੇ ਹਾਂ, ਲੜ ਕਹਿ ਦਿੰਦੇ ਹਾਂ। ਸਾਧੂ ਜਨਾਂ ਦਾ ਪੱਲਾ ਫੜ ਕੇ, ਸਾਧੂ ਜਨਾਂ ਦਾ ਲੜ ਫੜ ਕੇ। ਕੀ ਪੱਲਾ ਹੈ ਸਾਧੂ ਜਨਾਂ ਦਾ? ਬਚਨ, ਗੁਰ। ਗੁਰ ਨੂੰ ਲੈ ਕੇ ਉਹ ਸਾਧੂ ਜਨਾਂ ਤੋਂ ਕਿਸੇ ਸਰੀਰ ਨਾਲ ਨਹੀਂ ਜੁੜਨਾ, ਕਿਉਂਕਿ ਉਹਨਾਂ ਦਾ ਅੰਚਲ, ਉਹਨਾਂ ਦੇ ਗਿਆਨ, ਉਹਨਾਂ ਦਾ ਸ਼ਬਦ, ਉਹਨਾਂ ਦੀ ਜੁਗਤ ਉਹ ਅੰਚਲ ਹੈ। ਆਪਾਂ ਪਹਿਲਾਂ ਵੀ ਵਿਚਾਰਿਆ ਸੀ ਦੀਵਾਲੀ ਤੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਸਨ, ਜਹਾਂਗੀਰ ਦੇ ਸਮੇਂ ਉਸਨੇ ਬਹੁਤ ਸਾਰੇ ਰਾਜੇ ਕੈਦੀ ਬਣਾਏ ਸੀ, ਤੇ ਜਦੋਂ ਫਿਰ ਉਹਨਾਂ ਨੂੰ ਰਿਹਾ ਕੀਤਾ ਗਿਆ ਤੇ ਉਹਨਾਂ ਕਿਹਾ ਕਿ ਅਸੀਂ ਇਕੱਲੇ ਰਿਹਾ ਨਹੀਂ ਹੋਣਾ, ਜਿੰਨੇ ਵੀ ਇੱਥੇ ਕੈਦੀ ਨੇ ਸਾਰੇ, ਇਹਨਾਂ ਨੂੰ ਵੀ ਰਿਹਾ ਕਰਨਾ ਪਏਗਾ। ਤੇ ਫਿਰ ਉਸਨੇ ਸ਼ਰਤ ਰੱਖ ਦਿੱਤੀ ਕਿ ਜਿੰਨੇ ਤੁਹਾਡਾ ਲੜ ਫੜ ਲੈਣਗੇ ਉਹਨਾਂ ਰਿਹਾ ਹੋ ਜਾਣਗੇ। ਤੇ ਜਿਵੇਂ ਆਪਾਂ ਸੁਣਦੇ ਹਾਂ ਕਿ ਉਹਨਾਂ ਇੱਕ ਚੋਲਾ ਸਵਾਇਆ ਜਿਸ ਨੂੰ ਬਹੁਤ ਸਾਰੀਆਂ ਲੜੀਆਂ ਕਲੀਆਂ ਲਾਈਆਂ ਗਈਆਂ, ਜਿਨ੍ਹਾਂ ਨੂੰ ਪਕੜ ਕੇ ਸਾਰੇ 52 ਰਾਜੇ ਬਾਹਰ ਆ ਗਏ ਸੀ। ਏਦਾਂ ਹੀ ਇਹ ਸ਼ਬਦ ਦਾ ਗਿਆਨ ਹੈ। ਇੱਕੋ ਸਮੇਂ ਜਿਨ੍ਹਾਂ ਨੇ ਇਹ ਬਚਨ ਨੂੰ ਫੜ ਲਿਆ, ਉਹ ਫਿਰ ਇਸ ਭਵ ਸਾਗਰ ਤੋਂ, ਇਸ ਜਿਹੜਾ ਅੰਧਕੂਪ ਹੈ, ਜਿਹੜਾ ਇਹ ਬੰਧਨਾਂ ਦਾ ਮਨ ਬੰਧਨਾਂ ਵਿੱਚ ਫਸਿਆ ਹੈ, ਕੈਦ ਹੋਇਆ ਹੈ ਪੰਜਾਂ ਦੀ ਮਾਇਆ ਦੀ, ਇਹ ਛੁੱਟ ਜਾਂਦਾ ਹੈ, ਸੰਸਾਰ ਨੂੰ ਤਰ ਜਾਂਦਾ ਹੈ। ਪਾਰ ਬ੍ਰਹਮ ਅਰਾਧੀ ਹੈ, ਉਧਰ ਹੈ ਸਭ ਪਰਿਵਾਰ। ਮਤਲਬ ਕਹਿੰਦੇ ਜੀਵ ਆਪ ਵੀ ਉਧਰ ਜਾਂਦਾ ਹੈ, ਪਰਿਵਾਰ ਵੀ ਉਧਰ ਜਾਂਦਾ ਹੈ ਪਾਰ ਬ੍ਰਹਮ ਦੀ ਆਰਾਧਨਾ ਕਰਨ ਦੇ ਨਾਲ। ਤੇ ਇੱਥੇ ਤੱਕ ਕਿ ਪਿਤਰੀਆਂ ਦਾ ਵੀ ਉਧਾਰ ਹੋ ਜਾਂਦਾ ਹੈ, 21 ਕੁਲਾਂ ਤੱਕ ਉਧਾਰ ਹੋ ਜਾਂਦਾ ਹੈ। ਇਹਨਾਂ ਨਾਮ ਦੀ ਵਡਿਆਈ ਹੈ, ਸਾਡੇ ਬਜ਼ੁਰਗਾਂ ਦੇ ਕੀਤੇ ਹੋਏ, ਕਿਉਂਕਿ ਆਏ ਸੰਸਾਰ ਦੇ ਵਿੱਚ ਆ ਕੇ ਜੀਵਨ ਬਿਤਾ ਕੇ ਚਲੇ ਗਏ, ਸਾਡੇ ਵਾਸਤੇ ਕਮਾਉਂਦੇ ਮਿਹਨਤਾਂ ਕਰਦੇ, ਲੇਕਿਨ ਜਿਸ ਕਾਰਜ ਵਾਸਤੇ ਆਏ ਸੀ ਉਹ ਕਾਰਜ ਪੂਰਾ ਨਹੀਂ ਕੀਤਾ। ਤੇ ਅੱਜ ਆਪਾਂ ਪ੍ਰਭੂ ਨੂੰ ਤਿਆਗ ਕੇ, ਨਾਮ ਨੂੰ ਤਿਆਗ ਕੇ ਆਪ ਵੀ ਮੁਕਤ ਹੋ ਸਕਦੇ ਹਾਂ ਤੇ ਆਪਣੇ ਪਿਤਰੀਆਂ ਦਾ ਵੀ ਉਧਾਰ ਕਰ ਸਕਦੇ ਹਾਂ। ਪਰਿਵਾਰ ਵੀ ਚੱਲ ਕੇ ਪਰਿਵਾਰ ਦਾ ਵੀ ਉਧਾਰ ਹੋ ਜਾਂਦਾ ਹੈ ਤੇ 21 ਕੁਲਾਂ ਪਿੱਛੇ ਆਪਾਂ ਪਿਤਰੀਆਂ ਦਾ ਵੀ ਉਧਾਰ ਕਰ ਸਕਦੇ ਹਾਂ। ਜਿੰਨਾ ਆਪਾਂ ਕਮਾਵਾਂਗੇ, ਜਿੰਨਾ ਧਿਆਵਾਂਗੇ, ਤੇ ਉਸ ਦੇ ਨਾਲ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ, ਕਿਉਂਕਿ ਨਾਮ ਬਹੁਤ ਵੱਡੀ ਵਸਤੂ ਹੈ, ਦਾਤ ਹੈ ਮਾਲਕ ਦੇ ਵੱਲੋਂ ਦਿੱਤੀ ਹੋਈ। ਆਪਾਂ ਸੁਣਦੇ ਹਾਂ ਕਿ ਜਨਕ ਨੇ ਇੱਕ ਘੜੀ ਦੇ ਸਿਮਰਨ ਦੇ ਵਿੱਚ ਨਰਕਾਂ ਦੇ ਕੁੰਡ ਖਾਲੀ ਕਰ ਦਿੱਤੇ ਸੀ। ਜੋ ਰਾਜਾ ਜਨਕ ਹੋਇਆ ਹੈ, ਗੁਰਮੁਖ ਦਾ ਖਿਤਾਬ ਸੀ, ਕਿਉਂਕਿ ਨਾਮ ਦੀ ਬਹੁਤ ਵੱਡੀ ਵਡਿਆਈ ਹੈ। ਨਾਮ ਅਮੁੱਲ ਦਾਤ ਹੈ, ਜੋ ਮਾਲਕ ਤੋਂ ਬਿਨਾਂ ਸਾਨੂੰ ਕੋਈ ਵੀ ਨਹੀਂ ਦੇ ਸਕਦਾ। ਸਾਜਨ ਬੰਦ ਸੁਮਿੱਤਰ ਸੋ, ਹਰ ਨਾਮ ਹਿਰਦੈ ਦੇ। ਉਹੀ ਸਾਡਾ ਸੱਜਣ ਹੈ, ਉਹੀ ਸਾਡਾ ਬੰਧੂ ਹੈ, ਉਹੀ ਸਾਡਾ ਸੱਚਾ ਮਿੱਤਰ ਹੈ, ਜੋ ਸਾਨੂੰ ਹਿਰਦੇ ਦੇ ਵਿੱਚ ਨਾਮ ਦਾ ਗਿਆਨ ਬਖਸ਼ਿਸ਼ ਕਰ ਦੇਵੇ, ਹਿਰਦੇ ਵਿੱਚ ਨਾਮ ਪ੍ਰਗਟ ਕਰ ਦੇਵੇ। ਕਿਉਂਕਿ ਮੁੱਖੋਂ ਤਾਂ ਸਾਰੇ ਕਹਿ ਸਕਦੇ ਨੇ, ਬਹੁਤ ਸੌਖਾ ਹੈ ਮੁੱਖੋਂ ਕਹਿਣਾ, ਲੇਕਿਨ ਹਿਰਦੇ ਦੇ ਵਿੱਚ ਪ੍ਰਗਟ ਹੋਣਾ, ਹਿਰਦੇ ਦੇ ਵਿੱਚ ਵਸਾਉਣਾ ਔਖਾ ਹੈ। ਪਰ ਮੁੱਖੋਂ ਕਹਿਣ ਦੇ ਨਾਲ ਆਪਾਂ ਮੁਕਤ ਨਹੀਂ ਹੁੰਦੇ, ਮੁਕਤ ਹੋਣਾ ਹੈ ਹਿਰਦੇ ਦੇ ਵਿੱਚ ਵਸਾਉਣ ਦੇ ਨਾਲ।
ਮਨ ਦੇ ਵਿੱਚ ਵਸਣ ਦੇ ਨਾਲ। ਇਸ ਨੂੰ ਮਹਾਰਾਜ ਸਮਝਾਉਂਦੇ ਨੇ, ਮੁਖੋਂ ਹਰ ਹਰ ਸਭ ਕੋ ਕਹੈ, ਵਿਰਲਾ ਹਿਰਦੈ ਵਸਾਇਆ, ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤਿ ਨ ਪਾਇਆ। ਰਾਮ ਰਾਮ ਸਭ ਕੋ ਕਹੈ, ਕਹਿਆ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੈ ਕੋਇ। ਤਾਂ ਫਲ ਪ੍ਰਾਪਤ ਹੁੰਦਾ ਹੈ ਕਿਹੜਾ? ਮੁਕਤ ਫਲ ਜਿਹੜਾ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਐਸੇ ਮਿੱਤਰ ਫਿਰ ਜਿਹੜੇ ਸਾਨੂੰ ਹਿਰਦੇ ਦੇ ਵਿੱਚ ਨਾਮ ਦਾ ਗਿਆਨ ਦਿੰਦੇ ਨੇ ਕਿ ਹਿਰਦੇ ਦੇ ਵਿੱਚ ਆਪਾਂ ਕਿਵੇਂ ਵਸਾਉਣਾ ਹੈ। ਔਗਣ ਸਭ ਮਿਟਾਏ ਕੈ, ਪਰ ਉਪਕਾਰ ਕਰੇ। ਜੋ ਸਾਡੇ ਔਗਣ ਨੇ ਉਹਨਾਂ ਨੂੰ ਮਿਟਾ ਦੇਵੇ, ਇਹ ਪਰਉਪਕਾਰ ਕਰੇ। ਕਿਉਂਕਿ ਔਗਣ ਵੀ ਸਾਡੇ 'ਚ ਵਸਦੇ ਨੇ ਤੇ ਗੁਣ ਵੀ ਸਾਡੇ ਵਿੱਚ ਨੇ। 9 ਦਰਾਂ ਤੇ ਔਗਣ ਨੇ ਤੇ 10ਵੇਂ ਵਿੱਚ ਗੁਣ ਨੇ। ਪਰ ਗੁਣ ਸਾਨੂੰ ਉਦੋਂ ਹੀ ਪ੍ਰਾਪਤ ਹੁੰਦੇ ਹਨ ਜਦੋਂ ਅਸੀਂ ਗੁਰ ਦੀ ਵਿਚਾਰ ਨੂੰ ਸੁਣਦੇ ਹਾਂ। ਮਹਾਰਾਜ ਸਮਝਾਉਂਦੇ ਨੇ ਵੀ ਜਿੰਨੀ ਦੇਰ ਆਪਾਂ ਵਿਚਾਰ ਨਹੀਂ ਲੈਂਦੇ, ਸੱਚਾ ਗੁਰ ਨਹੀਂ ਲੈਂਦੇ, ਗੁਣ ਸਾਨੂੰ ਪ੍ਰਾਪਤ ਨਹੀਂ ਹੁੰਦੇ। ਮਹਾਰਾਜ ਸਮਝਾਉਂਦੇ ਨੇ, ਆਪ ਗੁਣੀ ਭਰਪੂਰ ਹੈ, ਗੁਣ ਪੀ ਵਸੈ ਨਾਲ, ਬਿਨ ਸਤਿਗੁਰ ਗੁਣ ਨਾ ਜਾਪਣੀ, ਜਿਚਰ ਸ਼ਬਦ ਨ ਕਰੀ ਵਿਚਾਰ। ਜਿੰਨੀ ਦੇਰ ਸੱਚੇ ਗੁਰ ਦੀ ਵਿਚਾਰ ਨਹੀਂ ਕਰਦੇ, ਗਿਆਨ ਨਹੀਂ ਲੈਂਦੇ, ਗੁਣ ਪ੍ਰਾਪਤ ਨਹੀਂ ਹੁੰਦੇ। ਕਿਉਂਕਿ ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਫਿਰ ਜਿਹੜੇ ਉਹਦੇ ਜਨ ਨੇ, ਸਾਧੂ ਜਨ ਨੇ, ਉਹ ਸਾਡੇ ਅੰਦਰੋਂ ਔਗਣ ਸਾਨੂੰ ਛਡਾਉਂਦੇ ਨੇ ਤੇ ਗੁਣਾਂ ਦੇ ਨਾਲ ਜੋੜਦੇ ਨੇ। ਇਹ ਪਰਉਪਕਾਰ ਕਰਦੇ ਨੇ। ਮਾਲ ਖਜ਼ਾਨਾ ਥੇ ਕਰ, ਹਰ ਕੇ ਚਰਨ ਨਿਧਾਨ। ਜਿਵੇਂ ਥੇ ਕਹਿ ਦਿੰਦੇ ਨੇ ਉੱਚੀ ਜਗ੍ਹਾ ਨੂੰ। ਜਿਵੇਂ ਆਪਾਂ ਦੇਖਦੇ ਹਾਂ ਪਹਿਲਾਂ ਬਹੁਤ ਸਾਰੇ ਉੱਚੀਆਂ ਜਗ੍ਹਾ ਤੀਆਂ, ਫਿਰ ਉੱਥੋਂ ਉੱਜੜ ਗਏ ਲੋਕ, ਥੇ ਹੋ ਗਏ, ਘਰ ਟਹਿ ਗਏ। ਏਦਾਂ ਹੀ ਆਪਾਂ ਵੀ ਉੱਚੇ ਘਰ ਦੇ ਵਸਣ ਵਾਲੇ ਹਾਂ। ਸਾਡਾ ਜਿਹੜਾ ਘਰ ਮਾਲਕ ਨੇ ਬਣਾਇਆ ਹੈ, ਬਹੁਤ ਉੱਚੇ ਥਾਂ ਤੇ ਬਣਾਇਆ ਹੈ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਇਹ ਉੱਚੇ ਥਾਂ ਤੇ ਸਾਡਾ ਘਰ ਹੈ। ਪਰ ਇਸ ਘਰ ਜਿਹੜਾ ਜਿੱਥੋਂ ਆਪਾਂ ਉੱਜੜ ਗਏ ਹਾਂ, ਕਿਉਂਕਿ ਜਿਹਨਾਂ ਘਰਾਂ ਦੇ ਵਿੱਚ ਕੋਈ ਵਸਦਾ ਨਹੀਂ, ਉਸਨੂੰ ਉਜਾੜ ਕਹਿ ਦਿੰਦੇ ਹਾਂ, ਉਜੜਿਆ ਹੋਇਆ ਕਹਿ ਦਿੰਦੇ ਹਾਂ। ਏਦਾਂ ਸਾਡਾ ਮਨ ਵੀ ਉਸ ਘਰ ਵਿੱਚ ਕਦੇ ਗਿਆ ਨਹੀਂ, ਲੇਕਿਨ ਘਰ ਸਾਡਾ ਉੱਚੇ ਥਾਂ ਤੇ ਹੈ ਤੇ ਉਸ ਉੱਚੇ ਘਰ ਵਿੱਚ ਆਪਾਂ ਫਿਰ ਵਸ ਸਕਦੇ ਹਾਂ। ਮਹਿਲ ਦੇ ਵਿੱਚ ਫਿਰ ਵਸ ਸਕਦੇ ਹਾਂ, ਪਰ ਉਸ ਵਾਸਤੇ ਸਾਨੂੰ ਸਾਧੂ ਜਨਾਂ ਦਾ ਸੰਗ ਕਰਨਾ ਪੈਂਦਾ ਹੈ। ਕਿਉਂਕਿ ਸਾਧੂ ਜਨ ਉੱਥੇ ਵਸਾਉਂਦੇ ਨੇ ਜਿੱਥੇ ਆਪ ਬਸਦੇ ਨੇ। ਜਿਸ ਨੂੰ ਮਹਾਰਾਜ ਸਮਝਾਉਂਦੇ ਨੇ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ, ਸਾਧ ਕੈ ਸੰਗ ਬਸੈ ਥਾਨ ਊਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਵੀ ਉਹਨਾਂ ਦਾ ਸੰਗ ਕਰਕੇ ਉੱਚੇ ਮਹਿਲ ਦੇ ਵਿੱਚ ਜਿਹੜਾ ਸਾਡਾ ਨਿਜ ਮਹਿਲ ਹੈ, ਉੱਚੇ ਥਾਂ ਤੇ ਉੱਥੇ ਬਾਸਾ ਹੋ ਜਾਂਦਾ ਹੈ। ਉੱਥੇ ਹੀ ਸਾਡਾ ਅਸਲੀ ਖਜ਼ਾਨਾ ਹੈ। ਮਾਲ ਖਜ਼ਾਨਾ ਥੇ ਕਰ, ਹਰ ਕੇ ਚਰਨ ਨਿਧਾਨ। ਹਰੀ ਦੇ ਚਰਨਾਂ ਦੇ ਵਿੱਚ ਇਹ ਖਜ਼ਾਨਾ ਹੈ, ਪਰ ਉੱਚੇ ਥਾਂ ਤੇ ਹੈ, ਉੱਚੇ ਕਰ ਵੀ। ਜਿਵੇਂ ਆਪਾਂ ਵੀ ਧਿਆਨ ਕਿੱਥੇ ਲਗਾਉਂਦੇ ਹਾਂ, ਜਦੋਂ ਅਭਿਆਸ ਕਰਦੇ ਹਾਂ, ਉੱਚੇ ਥਾਂ ਤੇ ਆਪਣੇ ਸਰੀਰ ਦੇ ਵਿੱਚ, ਸਾਹਮਣੇ ਮਸਤਕ ਦੇ ਉੱਚੇ ਥਾਂ ਤੇ। ਨਾਨਕ ਜਾਚਕ ਦਰ ਤੇਰਾ, ਪ੍ਰਭ ਤੁਧ ਨੂੰ ਮੰਗੈ ਦਾਨ। ਫਿਰ ਜਿਹੜੇ ਉਹਦੇ ਜਾਚਕ ਨੇ, ਉਹਨਾਂ ਨੂੰ ਫਿਰ ਉਸ ਘਰ ਵਿੱਚ ਉਹਦੇ ਜਨ ਲੈ ਕੇ ਜਾਂਦੇ ਨੇ ਜਿੱਥੋਂ ਆਪਾਂ ਉਸ ਪ੍ਰਭੂ ਤੋਂ ਦਾਨ ਮੰਗਦੇ ਹਾਂ। ਸਭ ਤੋਂ ਸ਼੍ਰੇਸ਼ਟ ਦਾਨ ਹੈ ਨਾਮ ਦਾਨ। ਦਾਨਾ ਸਿਰ ਦਾਨ ਨਾਮ ਦਾਨ। ਉਸ ਪ੍ਰਭੂ ਤੋਂ ਫਿਰ ਇਹ ਦਾਨ ਮੰਗਦੇ ਹਾਂ। ਸਾਧੂ ਜਨ ਸਾਨੂੰ
ਉੱਥੇ ਲੈ ਕੇ ਜਾਂਦੇ ਨੇ ਜਿੱਥੋਂ ਮਾਲਕ, ਜੇ ਅਸੀਂ ਸ਼ਰਧਾ ਨਾਲ ਜਾਂਦੇ ਹਾਂ ਤੇ ਕੋਈ ਜੀਵ ਖਾਲੀ ਨਹੀਂ ਆਉਂਦਾ। ਪਰ ਸ਼ਰਧਾ ਸਾਡੀ ਹੋਣੀ ਚਾਹੀਦੀ ਹੈ, ਵਿਸ਼ਵਾਸ ਸਾਡਾ ਹੋਣਾ ਚਾਹੀਦਾ ਹੈ, ਭਾਵਨਾ ਸਾਡੀ ਹੋਣੀ ਚਾਹੀਦੀ ਹੈ। ਕਿਉਂਕਿ ਸਤਿਗੁਰ ਸਾਨੂੰ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖਦਾ ਹੈ। ਸਾਡੇ ਅੰਦਰ ਕਿੰਨਾ ਕੁ ਪਿਆਰ ਹੈ, ਉਨਾ ਕੁ ਸਾਨੂੰ ਫਲ ਮਿਲਦਾ ਹੈ। ਮੇਰਾ ਸਮਝਾਉਂਦੇ ਨੇ, ਸਤਿਗੁਰ ਸਭ ਕੋ ਏਕ ਨਦਰ ਕਰ ਵੇਖਦਾ, ਜਿਹਾ ਭਾਉ ਤੇਹੋ ਫਲ ਪਾਏ। ਜਿਹੜਾ ਸਾਡੇ ਅੰਦਰ ਪਿਆਰ ਹੈ, ਉਹ ਜਿਹਾ ਸਾਨੂੰ ਫਲ ਮਿਲਦਾ ਹੈ। ਉਹ ਸਾਨੂੰ ਸਾਰਿਆਂ ਨੂੰ ਇੱਕੋ ਨਜ਼ਰ ਦੇ ਨਾਲ ਦੇਖਦਾ ਹੈ, ਸਾਰਿਆਂ ਦਾ ਮਾਲਕ ਹੈ। ਪਰ ਸੇਵਾ ਤੋਂ ਬਿਨਾਂ ਫਲ ਨਹੀਂ ਮਿਲਦਾ ਹੈ। ਸਾਰਿਆਂ ਦਾ ਮਾਲਕ ਆਪ। ਮਹਾਰਾਜ ਸਮਝਾਉਂਦੇ ਨੇ, ਜੇਤੇ ਜੀ ਤੇਤੇ ਸਭ ਤੇਰੇ, ਬਿਨ ਸੇਵਾ ਫਲ ਕਿਸੇ ਨਾਹੀ। ਜਦ ਤੱਕ ਅਸੀਂ ਸੇਵਾ ਨਹੀਂ ਕਰਦੇ, ਸਾਨੂੰ ਫਲ ਨਹੀਂ ਮਿਲਦਾ। ਗੁਰ ਦੀ ਸੇਵਾ, ਸੰਸਾਰ ਦੀ ਸੇਵਾ ਨਹੀਂ ਕਰਨੀ। ਸੇਵਾ ਕਿਸ ਦੀ ਕਰਨੀ ਹੈ? ਹਰੀ ਦੀ। ਜੇ ਫਲ ਲੈਣਾ ਹੈ, ਜੇ ਹੋਰ ਸੇਵਾ ਕਰਾਂਗੇ ਫਿਰ ਸਾਨੂੰ ਫਲ ਨਹੀਂ ਮਿਲਦਾ। ਮਹਾਰਾਜ ਸਮਝਾਉਂਦੇ ਨੇ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਏਦਾਂ ਫਿਰ ਉਸ ਪ੍ਰਭੂ ਦੇ ਦਰ ਤੇ ਜਾ ਕੇ ਫਿਰ ਆਪਾਂ ਉਸ ਤੋਂ ਮੰਗਦੇ ਹਾਂ ਦਾਨ, ਨਾਮ ਦਾਨ। ਕਿ ਹੇ ਸੱਚੇ ਪਾਤਸ਼ਾਹ, ਅਸੀਂ ਤੇਰੇ ਸ਼ਰਨ ਵਿੱਚ ਆਏ ਹਾਂ, ਸਾਡੇ ਤੇ ਵੀ ਦਇਆ ਕਰ, ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰ, ਸਾਨੂੰ ਵੀ ਆਪਣੇ ਚਰਨਾਂ ਦੇ ਵਿੱਚ ਥਾਂ ਬਖਸ਼ਿਸ਼ ਕਰ। ਫਿਰ ਆਪ ਪ੍ਰਭੂ ਆਪਣੇ ਚਰਨਾਂ ਦੇ ਵਿੱਚ ਸਾਨੂੰ ਵਸਾ ਲੈਂਦਾ ਹੈ। ਉਸ ਦੇ ਚਰਨ ਸਾਡੇ ਹਿਰਦੇ ਵਿੱਚ, ਮਨ ਵਿੱਚ ਵਸ ਜਾਂਦੇ ਨੇ। ਉਸ ਗੁਰ ਦਾ ਗਿਆਨ ਸਾਡੇ ਮਨ ਦੇ ਵਿੱਚ ਵਸ ਜਾਂਦਾ ਹੈ। ਆਓ ਅਗਲਾ ਸ਼ਬਦ ਹੈ, ਨੌਵੇਂ ਪਾਤਸ਼ਾਹ ਜੀ ਦੀ ਬਾਣੀ ਹੈ, ਗੌੜੀ ਰਾਗ ਦੇ ਵਿੱਚ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੇ ਇਹ ਨੌਵੇਂ ਪਾਤਸ਼ਾਹ ਜੀ ਦੀ ਬਾਣੀ, ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਇਆ ਤੇ ਅੱਗੇ ਬਾਣੀ ਸ਼ੁਰੂ ਹੁੰਦੀ ਹੈ। ਕਿਉਂਕਿ ਉਸ ਪ੍ਰਭੂ ਦੀ ਕਿਰਪਾ ਤੋਂ ਬਿਨਾਂ ਜੋ ਵੀ ਹੈ, ਜੋ ਗਿਆਨ ਹੈ, ਕਿਸੇ ਦਾ ਆਪਣਾ ਨਹੀਂ ਹੈ, ਸਤਿਗੁਰ ਦਾ ਬਖਸ਼ਿਆ ਹੋਇਆ ਗਿਆਨ ਹੈ। ਉਸ ਦੀ ਆਪਣੀ ਬਾਣੀ ਹੈ, ਆਪ ਆਪਣੇ ਜਨਾਂ ਦੇ ਮੁਖਾਂ ਤੋਂ ਕਢਾਉਂਦਾ ਹੈ। ਇਸ ਕਰਕੇ ਸੱਚੀ ਬਾਣੀ ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਆਪ ਉਸ ਪ੍ਰਭੂ ਨੇ ਆਪਣੇ ਜਨਾਂ ਦੁਆਰਾ ਆਪ ਗਿਆਨ ਬਖਸ਼ਿਸ਼ ਕੀਤਾ ਹੈ, ਆਪਣਾ ਬਾਣੀ ਆਪ ਕਢਾਈ ਹੈ। ਰਾਗ ਗੌੜੀ ਹੈ ਤੇ ਨੌਵੇਂ ਪਾਤਸ਼ਾਹ ਜੀ, ਮਹੱਲਾ ਨੌਵੇਂ ਦੀ ਬਾਣੀ ਹੈ। ਸਾਧੋ ਮਨ ਕਾ ਮਾਨ ਤਿਆਗੋ। ਕਿਹਨਾਂ ਨੂੰ ਕਹਿੰਦੇ ਨੇ? ਸਾਧੋ। ਹੁਣ ਸਾਧੋ ਤਾਂ ਆਪਾਂ ਸਾਧੂ ਨੂੰ ਕਹਿ ਦਿੰਦੇ ਹਾਂ। ਸਾਧੂ ਤਾਂ ਬਣਦਾ ਹੀ ਮਨ ਤਿਆਗ ਕੇ ਹੈ। ਇੱਥੇ ਗੁਰੂ ਸਾਹਿਬ ਜੀ ਉਹਨਾਂ ਨੂੰ ਸੰਬੋਧਨ ਕਰਦੇ ਨੇ ਜਿਹੜੇ ਕਿ ਭੇਖ ਦੇ ਸਾਧੂ ਸਨ, ਆਪਣੇ ਆਪ ਨੂੰ ਸਾਧੂ ਸਮਝਦੇ ਸਨ, ਲੇਕਿਨ ਸਾਧੂ ਹੈ ਨਹੀਂ ਸੀ। ਕਿਉਂਕਿ ਭੇਖ ਦੇ ਸਾਧੂ ਨੇ, ਜਿਵੇਂ ਅੱਜ ਵੀ ਭੇਖ ਦੇ ਸਾਧੂ ਨੇ। ਐਸੇ ਜੀਵਾਂ ਨੂੰ ਫਿਰ ਉਪਦੇਸ਼ ਕਰਦੇ ਨੇ ਕਿ ਤੁਸੀਂ ਆਪਣੇ ਮਨ ਦਾ ਮਾਨ ਤਿਆਗੋ। ਕਿਉਂਕਿ ਜਦ ਤੱਕ ਮਨ ਦਾ ਮਾਨ ਨਹੀਂ ਤਿਆਗਦੇ, ਸਾਧੂ ਨਹੀਂ ਬਣ ਸਕਦੇ। ਤੇ ਹੋਰ ਕੀ ਕਰੋ? ਕਾਮ ਕ੍ਰੋਧ ਸੰਗਤ ਦੁਰਜਨ ਕੀ।
ਤਾਤੇ ਅਹਨਿਸ ਭਾਗੋ। ਕਾਮ, ਕ੍ਰੋਧ ਤੇ ਦੁਰਜਨ ਜਿਹੜੇ ਬਾਕੀ ਨੇ ਤਿੰਨ, ਲੋਭ, ਮੋਹ, ਹੰਕਾਰ, ਇਹਨਾਂ ਦੀ ਸੰਗਤ ਤੋਂ ਦੂਰ ਰਹੋ। ਹਰ ਸਮੇਂ ਇਸ ਤੋਂ ਦੂਰ ਰਹੋ। ਹਰ ਰੋਜ਼ ਇਹਨਾਂ ਦੀ ਸੰਗਤ ਤੋਂ ਦੂਰ ਰਹੋ। ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ, ਕਿਉਂਕਿ ਇਹਨੂੰ ਤਿਆਗ ਦਿਓ। ਇਹ ਰਹੋ ਪੰਕਤੀਆਂ ਨੇ। ਤੇ ਹੋਰ ਕੀ ਕਰੋ? ਮਹਾਰਾਜ ਸਮਝਾਉਂਦੇ ਨੇ, ਦੁੱਖ ਸੁੱਖ ਦੋਨੋਂ ਸਮ ਕਰ ਜਾਨੈ, ਔਰ ਮਾਨ ਅਪਮਾਨ। ਦੁੱਖ ਸੁੱਖ ਨੂੰ ਸਮ ਕਰਕੇ ਚੱਲਣਾ ਹੈ, ਮਾਨ ਅਪਮਾਨ ਨੂੰ ਸਮ ਕਰਕੇ। ਜੇ ਦੁੱਖ ਆ ਗਿਆ ਤਾਂ ਵੀ ਪ੍ਰਭੂ ਦੇ ਭਾਣੇ ਦੇ ਵਿੱਚ, ਜੇ ਸੁੱਖ ਆ ਗਿਆ ਤਾਂ ਵੀ ਪ੍ਰਭੂ ਦੇ ਭਾਣੇ ਦੇ ਵਿੱਚ। ਦੁੱਖ ਆਉਣ ਨਾਲ ਬਹੁਤਾ ਦੁਖੀ ਨਹੀਂ ਹੋਣਾ, ਸੁੱਖ ਆਉਣ ਦੇ ਨਾਲ ਬਹੁਤਾ ਕੁਛ ਨਹੀਂ ਹੋਣਾ। ਏਦਾਂ ਹੀ ਕਿਸੇ ਨੇ ਕੁਛ ਮਾਣ ਦੇ ਦਿੱਤਾ ਤਾਂ ਵੀ ਖੁਸ਼ ਨਹੀਂ ਹੋਣਾ, ਕਿਸੇ ਨੇ ਅਪਮਾਨ ਕਰ ਦਿੱਤਾ ਤਾਂ ਵੀ ਦੁਖੀ ਨਹੀਂ ਹੋਣਾ, ਕਿਉਂਕਿ ਇੱਕ ਸਥਿਰ ਅਵਸਥਾ ਦੇ ਵਿੱਚ ਰਹਿਣਾ ਹੈ, ਅਡੋਲ ਅਵਸਥਾ ਦੇ ਵਿੱਚ ਰਹਿਣਾ ਹੈ। ਦੁੱਖ ਸੁੱਖ ਦੋਨੋਂ ਸਮ ਕਰ ਜਾਨੈ, ਔਰ ਮਾਨ ਅਪਮਾਨ। ਵੀ ਐਸਾ ਕੋਈ ਜੀਵ ਹੋਵੇ ਜਿਹੜਾ ਇਹਨੂੰ ਸਮ ਕਰਕੇ ਰੱਖੇ, ਦੁੱਖ ਸੁੱਖ ਨੂੰ ਤੇ ਮਾਨ ਅਪਮਾਨ ਨੂੰ। ਹਰਖ ਸੋਗ ਤੇ ਰਹੇ ਅਤੀਤਾ। ਹਰਖ ਕਹਿ ਦਿੰਦੇ ਖੁਸ਼ੀ ਨੂੰ, ਸੋਗ ਕਹਿ ਦਿੰਦੇ ਕਮੀ ਨੂੰ। ਦੋਨਾਂ ਤੋਂ ਅਤੀਤ ਰਹੇ। ਕਹਿਣ ਤੋਂ ਭਾਵ ਖੁਸ਼ੀ ਆ ਗਈ ਤਾਂ ਵੀ ਕੋਈ ਗੱਲ ਨਹੀਂ, ਤੇ ਸੋਗ ਹੋ ਗਿਆ ਤਾਂ ਵੀ ਕੋਈ ਗੱਲ ਨਹੀਂ ਹੈ। ਦੋਨਾਂ ਨੂੰ ਸਮ ਕਰਕੇ ਰੱਖੇ, ਅਤੀਤ ਰਹੇ। ਤਿੰਨ ਜਗ ਤਤ ਪਛਾਨਾ। ਐਸਾ ਜੀਵ ਜਿਹੜਾ ਵਿਚਰਦਾ ਹੈ ਉਹ ਫਿਰ ਸੰਸਾਰ ਦੇ ਵਿੱਚ ਤਤ ਦੀ ਪਹਿਚਾਨ ਕਰਦਾ ਹੈ, ਹਰ ਤਤ ਦੀ, ਜਿਹੜੀ ਕਿ ਸੰਸਾਰ ਨੇ ਨਹੀਂ ਜਾਣੀ। ਜਿੱਥੇ ਤੱਕ ਆਪਾਂ ਸੰਸਾਰ ਫਿਰਦਾ ਹੈ ਇਹ ਤ੍ਰੈ ਗੁਣਾਂ ਦੇ ਵਿੱਚ ਹੈ, ਜਿਸਨੂੰ ਆਪਾਂ ਪੜ੍ਹਦੇ ਹਾਂ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਤਾ, ਸੁਤਿਆ ਰਹਿਣ ਬਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਗੁਰ ਦੀ ਕਿਰਪਾ ਦੇ ਨਾਲ ਹੀ ਜਿਹੜੇ ਜੀਵ ਜਾਗੇ ਨੇ, ਜਿਨ੍ਹਾਂ ਦੇ ਮਨ ਵਿੱਚ ਹਰੀ ਵਸਿਆ ਹੈ, ਉਹ ਫਿਰ ਬੋਲਦੇ ਨੇ ਅੰਮ੍ਰਿਤ ਬਾਣੀ, ਤਤ ਬਾਣੀ। ਉਹ ਫਿਰ ਇਹ ਗਿਆਨ ਦਿੰਦੇ ਨੇ ਤਤ ਦਾ, ਕਿਉਂਕਿ ਉਹਨਾਂ ਤਤ ਨੂੰ ਜਾਣਿਆ ਹੁੰਦਾ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ, ਜਿਸ ਨੂੰ ਅਣ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਬਿਹਾਣੀ। ਵੀ ਤਤ ਨੂੰ ਉਹ ਪਾਉਂਦਾ ਹੈ ਜਿਹਨੂੰ ਅਣ ਦਿਨ ਹਰੀ ਦੇ ਨਾਲ ਲਿਵ ਜੁੜਦੀ ਹੈ, ਤੇ ਉਸ ਦੀ ਜੀਵਨ ਰੂਪੀ ਰਾਤ ਜਾਗਤੇ ਦੀ ਬੀਤਦੀ ਹੈ, ਸੌਂਦਾ ਨਹੀਂ। ਸੌਣਾ ਕੀ ਹੈ? ਭਰਮ ਦੇ ਵਿੱਚ ਨਹੀਂ ਆਉਂਦਾ, ਕਿਉਂਕਿ ਸਾਰਾ ਸੰਸਾਰ ਤ੍ਰੈ ਗੁਣਾਂ ਦੇ ਭਰਮ ਵਿੱਚ ਸੁੱਤਾ ਹੈ, ਤ੍ਰੈ ਗੁਣਾਂ ਨੂੰ ਹੀ ਸੱਚ ਸਮਝੀ ਬੈਠਾ ਹੈ। ਤੇ ਜਿਹੜੇ ਜਾਗਦੇ ਨੇ ਉਹ ਤ੍ਰੈ ਗੁਣਾਂ ਨੂੰ ਸੱਚ ਨਹੀਂ ਸਮਝਦੇ, ਕਿਉਂਕਿ ਇਹ ਸੰਸਾਰ ਝੂਠ ਹੈ। ਸੰਸਾਰ ਦੇ ਵਿੱਚ ਬਹੁਤ ਕੁਛ ਅੱਜ ਹੈ, ਕੱਲ੍ਹ ਨੂੰ ਨਹੀਂ ਹੋਏਗਾ। ਅੱਜ ਹੈ ਨਹੀਂ ਬਹੁਤ ਕੁਛ, ਕੱਲ੍ਹ ਨੂੰ ਹੋ ਜਾਏਗਾ, ਪਰ ਥਿਰ ਨਹੀਂ ਹੈ। ਇਸ ਕਰਕੇ ਸੱਚ ਤਾਂ ਹੈ, ਤਾਂ ਪਰਮੇਸ਼ਰ ਦਾ ਨਾਮ ਹੈ, ਹਰੀ ਆਪ ਹੈ। ਜਾਂ ਜਦੋਂ ਸਾਡਾ ਮਨ ਸੱਚ ਨੂੰ ਜਾਣ ਲੈਂਦਾ ਹੈ, ਫਿਰ ਆਪਾਂ ਵੀ ਸੱਚ ਹਾਂ, ਫਿਰ ਸਾਡਾ ਸਰੀਰ ਵੀ ਸੱਚ ਹੈ, ਕਿਉਂਕਿ ਸਾਨੂੰ ਕੰਚਨ ਕਾਇਆ ਦਾ ਸੋਝੀ ਹੋ ਜਾਂਦੀ ਹੈ। ਕਿਉਂਕਿ ਇੰਨਾ ਕੋਈ ਸਰੀਰ ਨਹੀਂ ਜਿੰਨਾ ਕੁ ਆਪਾਂ ਦੇਖਦੇ ਹਾਂ। ਸਾਡੇ ਸਰੀਰ 'ਚ ਕੰਚਨ ਕਾਇਆ ਵੀ ਹੈ, ਜਿਹੜੀ ਜਿਹਦੇ ਵਿੱਚ ਪਰਮੇਸ਼ਰ ਬਸਦਾ ਹੈ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਣਾ। ਉਸਤਤ ਤੇ ਨਿੰਦਾ, ਨਾ ਕਿਸੇ ਦੀ ਉਸਤਤ ਕਰਦਾ ਹੈ ਤੇ ਨਾ ਕਿਸੇ ਦੀ ਨਿੰਦਾ ਕਰਦਾ ਹੈ।
ਉਸਤਤ ਕੀ ਹੈ? ਬਾਣੀ ਅਨੁਸਾਰ ਉਸਤਤ ਇਹ ਹੈ ਕਿ ਕੋਈ ਜੀਵ ਉਸ ਅਵਸਥਾ ਵਿੱਚ ਹੈ ਨਹੀਂ ਤੇ ਅਸੀਂ ਉਸ ਨੂੰ ਕਹਿੰਦੇ ਹਾਂ। ਜਿਵੇਂ ਆਪਾਂ ਕਹੀਏ ਵੀ ਕਿਸੇ ਜੀਵ ਨੂੰ ਸੰਤ ਕਹਿ ਦਈਏ, ਸਾਧੂ ਕਹਿ ਦਈਏ, ਲੇਕਿਨ ਹੋਵੇ ਨਾ, ਹੋਵੇ ਪਖੰਡੀ ਤੇ ਅਸੀਂ ਕਹਿ ਦਈਏ ਵੀ ਸੰਤ ਹੈ, ਸਾਧੂ ਹੈ, ਮਹਾਂਪੁਰਸ਼ ਹੈ, ਬ੍ਰਹਮ ਗਿਆਨੀ ਹੈ, ਉਹ ਉਸਤਤ ਹੈ। ਤੇ ਨਿੰਦਾ ਕੀ ਹੈ? ਕਿ ਕੋਈ ਜੀਵ ਸਾਧੂ ਸੰਤ ਹੋਵੇ ਤੇ ਅਸੀਂ ਉਸ ਨੂੰ ਕਹਿ ਦਈਏ ਇਹ ਚੋਰ ਹੈ, ਇਹ ਠੱਗ ਹੈ, ਉਹ ਨਿੰਦਾ ਹੈ। ਦੋਨੋਂ ਬਰਾਬਰ ਨੇ। ਜਿਵੇਂ ਆਪਾਂ ਨਿੰਦਾ ਕਰੀਏ ਕਿਸੇ ਦੀ, ਨਿੰਦਾ ਕੀ ਹੈ ਕਿ ਹੋਵੇ ਸਾਧੂ, ਅਸੀਂ ਉਸ ਨੂੰ ਚੋਰ ਕਹੀਏ, ਇਹ ਨਿੰਦਾ ਹੈ। ਜੇ ਆਪਾਂ ਚੋਰ ਨੂੰ ਚੋਰ ਕਹੀਏ, ਇਹ ਨਿੰਦਾ ਨਹੀਂ ਹੈ। ਜੇ ਆਪਾਂ ਸਾਧੂ ਨੂੰ ਸਾਧੂ ਕਹੀਏ, ਉਸਤਤ ਨਹੀਂ ਹੈ, ਕਿਉਂਕਿ ਸਾਧੂ ਹੈ ਹੀ, ਫਿਰ ਉਸਤਤ ਨਹੀਂ ਹੋਈ। ਉਸਤਤ ਕੀ ਹੁੰਦੀ ਕਿ ਹੋਵੇ ਚੋਰ ਤੇ ਅਸੀਂ ਕਹੀਏ ਸਾਧੂ, ਉਹ ਉਸਤਤ ਹੈ। ਤੇ ਹੋਵੇ ਸਾਧੂ ਤੇ ਅਸੀਂ ਕਹੀਏ ਚੋਰ, ਉਹ ਨਿੰਦਾ ਹੈ। ਜੇ ਚੋਰ ਨੂੰ ਚੋਰ ਕਹੀਏ, ਸਾਧੂ ਨੂੰ ਸਾਧੂ ਕਹੀਏ, ਉਹ ਉਸਤਤ ਨਿੰਦਾ ਨਹੀਂ ਹੈ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਕਿ ਦੋਨੇ ਤਿਆਗ ਦੇਵੇ, ਨਾ ਕਿਸੇ ਨੂੰ ਬਿਨਾਂ ਮਤਲਬ ਤੋਂ ਵਡਿਆਈ ਦੇਵੇ, ਨਾ ਬਿਨਾਂ ਮਤਲਬ ਤੋਂ ਕਿਸੇ ਦੀ ਨਿੰਦਾ ਕਰੇ। ਝੂਠ ਨੂੰ ਝੂਠ ਕਹੇ, ਸੱਚ ਨੂੰ ਸੱਚ ਕਹੇ। ਤੇ ਨਾਲ ਖੋਜੇ ਪਦ ਨਿਰਵਾਣਾ, ਚੌਥੇ ਪਦ ਨੂੰ ਜਾਣ ਲਵੇ, ਖੋਜ ਲਵੇ, ਕਿਉਂਕਿ ਉੱਥੇ ਵਸ ਕੇ ਹੀ ਸਾਨੂੰ ਫਿਰ ਪਤਾ ਚੱਲਦਾ ਹੈ ਵੀ ਨਿੰਦਾ ਕੀ ਹੈ, ਉਸਤਤ ਕੀ ਹੈ। ਜੇ ਆਪਾਂ ਉਦਾਂ ਦੇਖੀਏ ਤੇ ਭਗਤਾਂ ਨੇ ਬੜੇ ਬ੍ਰਾਹਮਣਾਂ ਨੂੰ ਹੋਰ ਵਿਦਵਾਨਾਂ ਨੂੰ ਬਹੁਤ ਚੋਟਾਂ ਮਾਰੀਆਂ ਨੇ, ਪਰ ਉਹਨਾਂ ਨੇ ਸੱਚ ਕਿਹਾ। ਇਸ ਕਰਕੇ ਉਹਨਾਂ ਨਿੰਦਾ ਨਹੀਂ ਕੀਤੀ, ਕਿਉਂਕਿ ਤਾਂ ਸਾਨੂੰ ਉਪਦੇਸ਼ ਕਰਦੇ ਨੇ ਵੀ ਕਿਸੇ ਦੀ ਨਿੰਦਾ ਨਹੀਂ ਕਰਨੀ। ਲੇਕਿਨ ਸਾਨੂੰ ਦੱਸਿਆ, ਗੁਰੂ ਸਾਹਿਬਾਂ ਨੇ ਸਮਝਾਇਆ ਹੈ ਵੀ ਏਦਾਂ ਇਹ ਪਖੰਡੀ ਲੋਕ ਨੇ, ਲੋਕਾਂ ਨੂੰ ਲੁੱਟਦੇ ਨੇ, ਮਾਇਆਧਾਰੀ ਨੇ, ਕਿਉਂਕਿ ਉਹ ਨਿੰਦਾ ਨਹੀਂ, ਉਸਤਤ ਨਹੀਂ। ਇਹ ਦੋਨੋਂ ਤਿਆਗ ਕੇ ਆਪਾਂ ਚੌਥੇ ਪਦ ਦੀ ਖੋਜ ਕਰਨੀ ਹੈ, ਨਿਰਵਾਣ ਪਦ ਦੀ ਖੋਜ ਕਰਨੀ ਹੈ। ਜਨ ਨਾਨਕ ਇਹ ਖੇਲ ਕਠਨ ਹੈ। ਪਰ ਮਹਾਰਾਜ ਸਮਝਾਉਂਦੇ ਕਿ ਇਹ ਖੇਲ ਕਠਨ ਹੈ। ਕਿਹਨੂੰ ਗੁਰਮੁਖ ਜਾਨਾ? ਕੋਈ ਬਿਰਲੇ ਨੇ ਜਿਨ੍ਹਾਂ ਨੇ ਇਸ ਖੇਲ ਨੂੰ ਸਮਝਿਆ ਹੈ, ਜਾਣਿਆ ਹੈ। ਗੁਰਮੁਖ ਨੇ ਜਿਨ੍ਹਾਂ ਨੂੰ ਆਪ ਜਨਾਇਆ ਹੈ, ਉਹਨਾਂ ਦਾ ਸੰਗ ਕਰਕੇ ਆਪਾਂ ਇਸ ਖੇਲ ਨੂੰ ਸਮਝ ਸਕਦੇ ਹਾਂ। ਆਪਣੇ ਆਪ ਇਹ ਸਾਨੂੰ ਸਮਝ ਨਹੀਂ ਆਉਂਦਾ। ਫਿਰ ਸਾਨੂੰ ਜਦੋਂ ਸਮਝ ਆ ਜਾਂਦੀ ਹੈ, ਪਹਿਚਾਣ ਹੋ ਜਾਂਦੀ ਹੈ, ਫਿਰ ਅਸੀਂ ਸਾਖਤ ਦਾ ਸੰਗ ਨਹੀਂ ਕਰਦੇ। ਸਾਖਤ ਨੂੰ ਸਾਖਤ ਕਹਿੰਦੇ ਹਾਂ, ਚੋਰ ਨੂੰ ਚੋਰ ਕਹਿੰਦੇ ਹਾਂ, ਸਾਧ ਨੂੰ ਸਾਧ ਕਹਿੰਦੇ ਹਾਂ, ਕਿਉਂਕਿ ਫਿਰ ਸਾਨੂੰ ਪਹਿਚਾਣ ਹੋ ਜਾਂਦੀ ਹੈ ਵੀ ਕੌਣ ਸਾਧੂ ਹੈ, ਕੌਣ ਚੋਰ ਹੈ। ਸੋ ਗੁਰਮੁਖ ਪਿਆਰੇ, ਹੁਣ ਨਾਲ ਨਾਲ ਆਪਾਂ ਅਭਿਆਸ ਕਰੀਏ ਤਾਂ ਕਿ ਨਾਲੇ ਤਾਂ ਦਾ ਗਿਆਨ ਹੋਵੇ, ਨਾਲੇ ਸਾਡਾ ਮਨ ਨਿਰਮਲ ਹੋਵੇ, ਮੁਖ ਉਜਲ ਹੋਵੇ, ਮਾਲਿਕ ਦੇ ਦਰਸ਼ਨ ਕਰੇ, ਤੇ ਨਾਲੇ ਸੰਸਾਰ ਦੇ ਵਿੱਚ ਸਾਨੂੰ ਇਹ ਪਤਾ ਚੱਲੇ, ਪਹਿਚਾਣ ਹੋਵੇ, ਤਾਂ ਕਿ ਨਾ ਅਸੀਂ ਕਿਸੇ ਦੀ ਨਿੰਦਾ ਕਰੀਏ, ਨਾ ਕਿਸੇ ਦੀ ਉਸਤਤ ਕਰੀਏ। ਅਸੀਂ ਨਿਰਵਾਣ ਪਦ ਨੂੰ ਖੋਜੀਏ, ਜਿੱਥੇ ਸਿਰਫ ਧਿਆਉਣਾ ਹੀ ਹੈ, ਜਿੱਥੇ ਬੋਲਣ ਦੀ ਲੋੜ ਵੀ ਨਹੀਂ ਹੈ ਸਾਨੂੰ। ਆਓ, ਕਿਸ ਨੇ ਖੋਜਣਾ ਹੈ ਇਹ ਮਾਰਗ? ਮਨ ਨੇ। ਮਨ ਦਾ ਮਾਰਗ ਹੈ। ਮਨ ਸਾਡਾ ਨੇਤਰਾਂ ਦੇ ਵਿੱਚ ਹੈ, ਦੋ ਨੇਤਰ ਨੇ। ਹੁਣ ਆਪਣਾ ਜਿਹੜਾ ਰਸਤਾ ਹੈ ਆ ਸੰਸਾਰ ਦਾ, ਇੱਧਰ ਨੂੰ ਚੱਲਦਾ ਹੈ, ਤੇ ਆਪਾਂ ਇਸ ਨੂੰ ਰੋਕ ਕੇ ਉਸ ਰਸਤੇ ਨੂੰ ਚਲਾਉਣਾ ਹੈ ਜਿਹੜਾ ਰਸਤਾ ਸਾਡੇ ਘਰ ਨੂੰ ਜਾਂਦਾ ਹੈ, ਜਿਹੜਾ ਨਿਰਵਾਣ ਪਦ ਹੈ। ਉਸ ਮਾਰਗ ਨੂੰ ਆਪਾਂ ਖੋਜਣਾ ਹੈ। ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਫੋਕਸ ਕਰਨਾ ਹੈ ਜਿੱਥੋਂ ਸਾਨੂੰ ਸਵਾਸ ਦੇ ਕੇ ਮਾਲਕ ਪਾਲਦਾ ਹੈ, ਉਸ ਦਰ ਤੇ ਜਾਣਾ ਹੈ।
उस दर ते जाके अपने आप नूं परखना है थोड़ा कि साडी की अवस्था है। मन नूं देखना है कि असीं एक दृष्ट हाँ कि दो दृष्ट हाँ। जदों असीं इत्थे दृष्टि फोकस करांगे असीं देखना जे नक दिसदा है सानूं असीं दो दृष्ट हाँ, जे नहीं दिसदा एक दृष्ट हाँ। जे दिसदा है फिर किस पास्यों दिसदा है, सज्जे खब्बे जां विचाले। सज्जे तमोगुण है, खब्बे रजोगुण है ते विचाले सतोगुण है। जिथे नहीं दिसदा उत्थे देवलोक है, उत्थे मन देवता है। यही सानू जदों इस पास्यों प्रकाश रूप दिसना शुरू हो जाता है फिर साडी जोत प्रगट हो जाती है। फिर असीं अपने जोत रूप नूं देखते हैं। आओ इत्थे आपां सम करके पहला अपने आप नूं परखना है, देखना है, फिर आवाज़ देवांगे कि ध्यान सामने लेके आओ, मेरे वाल देखो किवें करना। जे कोई नवां जीव है पहले इस पॉइंट ते फोकस करांगे, दृष्टि नूं अपने आप नूं परखांगे, फिर आवाज़ देवांगा कि ध्यान सामने लेके आओ ते आपां सामने देखना है। फिर आवाज़ देवांगा कि ध्यान मस्तक दे सामने लै जाओ, पलक उत्ते चुकदे ज्ञान ने। फिर जदों कमांगा सामने, फिर वापस सामने, फिर जदों कमांगा सम करके देखो, फिर इत्थे दृष्टि फोकस करके फिर अपने आप नूं परखण देखना है। एक दृष्ट कि असीं एक दृष्ट हाँ। इस पासे सानू हल्का हल्का परछाई नजर आ सकती खब्बे पासे जिसने चमकना है, नक नहीं दिसेगी, एक परछाई जी आपां नूं धुंधला जा नजर आ सकदा पहला पहला जीव नूं, क्योंकि ध्यान दे नाल इस पासे सानू प्रकाश होना है खब्बे पासे। सो आओ सम करिए पहला दोनों नेत्रां नूं दृष्टि फोकस करके सम करके अपने आप नूं थोड़ा परखो। और सामने लेके आओ ध्यान। मस्तक दे सामने ले जो पलक उत्ते चक दो। फिर सामने लेके आओ। और सम करके देखो अपने आप नूं। जे कोई नवा जीव जे पहला नक दिखता सी उसने देखना है कि दिसनों हट गया। जे नहीं हटिया वह फोन भी कर सकता है, फोन द्वारा स्वार के समझ सकता है, क्योंकि कई बारी जीवन समझ नहीं लगती जब विश्वास नहीं कर दे, क्योंकि विश्वास नाल आप करना हुंदा है, चलना हुंदा है।
नीचे ले जो ध्यान अपने तो 2 फुट अगे जो चद्दर विछी है थले जिसते आप बैठे हैं, बैड ते बैठे जिथे मर्जी बैठे होइए, आप थले नीचे फर्श तो थोड़ा उत्ते देखना है। ध्यान ढिला छड्ड के देखना है, जोर नहीं लगाना, एक पॉइंट नहीं देखना। 5-6 उंगल उत्ते देखने की कोशिश करनी है फर्श तो। इत्थे सानू एक हलचल अनुभव होनी शुरू होगी, जिमें पानी दी लहरां होंदियां, इदां प्रकाश की एक हलचल अनुभव होनी शुरू हो जाती है। फिर सम करके अपने आप को देखिए। फिर नीचे ले जो ध्यान,
और सामने लेके आइए ध्यान। मस्तक दे सामने लै जाओ, पलका उत्ते चुक दो, ध्यान मस्तक दे सामने लै जाओ। फिर सामने लै आई ध्यान।
नीचे लै जो ध्यान। सम करके देखे अपने आप को। वाहिगुरु जी का खालसा वाहिगुरु जी की फतेह। सो गुरमुख प्यारिओ, इस तरीके दे नाल आपां मालिक दे नाल प्यार पाउणा है, अंतरगत जाना है, ध्यान लगाउणा है। ते जदों साडा मन जागदा है पूरा, फिर आन दिन उस दे विच रत्या रहिंदा है। फिर साडा जिहड़ा वासा है सुन मंडल दा हो जांदा है। असीं निज घर दे वासी हो जांदे हां। सुन मंडल दे विच मन वसना शुरू करता है। महाराज समझाउंदे ने, आनंद दिन रता मन वैरागी, सुन मंडल कर पाया। सो इस तरीके दे नाल आपां जिउं जिउं अभ्यास करांगे, प्यार पावांगे ते मन निर्मल होंदा जाएगा ते सुन दा वासी बन जाएगा। सुन मंडल दा चौथी सुन दे विच ते जिथे आपां मर के जाना सी, पहला ही जीवन मुक्त हो जाते हाँ उस घर दे विच। क्योंकि मर के भी संत जन ही जानते ने उस घर विच। जिहड़े मनमुख ने, साकत ने, वो जमा दे कोल बस जाते ने, धर्मराज तक जाते ने। फिर दोबारा उन्होंने बार बार जूना दे विच भटकना पैंदा है। सो आओ गुरमुख प्यारिओ, इन्नी क विचार करते हैं। बहुत सारिया भुल्लां हो जांदियां हन। आप संगत सतगुरु जी बख्शण योग हो, बख्श लैना जी। वाहिगुरु जी का खालसा, वाहिगुरु जी की फतेह।